हाँ जी बेटा, ਅੱਜ ਅਸੀਂ ਪੜਾਂਗੇ ਟੌਪਿਕ VSEPR ਥਿਊਰੀ। ਇਹਦਾ ਕੀ ਮਤਲਬ ਹੁੰਦਾ ਹੈ? V ਤੋਂ ਹੈ ਵੇਲੈਂਸ, S ਤੋਂ ਹੈ ਸ਼ੈਲ, E ਤੋਂ ਹੈ ਇਲੈਕਟ੍ਰੋਨ, P ਤੋਂ ਪੇਅਰ, R ਤੋਂ ਰਿਪਲਸ਼ਨ। ਮਤਲਬ ਵੇਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ। VSEPR ਥਿਊਰੀ ਦੇ ਹਿਸਾਬ ਨਾਲ ਬੇਟਾ ਕੀ ਹੈ ਕਿ ਕੋਈ ਵੀ ਜਿਹੜਾ ਮੋਲੀਕਿਊਲ ਹੈ ਉਹਦੇ ਵਿੱਚ ਜਿਹੜਾ ਸੈਂਟਰਲ ਐਟਮ ਹੈ ਉਹਦੇ ਆਸ-ਪਾਸ ਜਿੰਨੇ ਵੀ ਇਲੈਕਟ੍ਰੋਨ ਪੇਅਰਸ ਹੋਣਗੇ ਉਹ ਇੱਕ ਦੂਸਰੇ ਤੋਂ ਮੈਕਸੀਮਮ ਦੂਰੀ 'ਤੇ ਰੱਖਣਾ ਚਾਹੁੰਦਾ ਹੈ। ਉਹਦੇ ਵਿੱਚ ਕੀ ਹੁੰਦੀ ਹੈ, ਇਲੈਕਟ੍ਰੋਨਸ ਦੇ ਸਾਰੇ ਨੈਗੇਟਿਵਲੀ ਚਾਰਜ ਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਕੀ ਹੁੰਦੀ ਹੈ, ਰਿਪਲਸ਼ਨ ਹੁੰਦੀ ਹੈ। ਸੋ ਦੇ ਟੈਂਡ ਟੂ ਸਟੇ ਅਵੇ ਫਰੋਮ ਈਚ ਅਦਰ ਐਜ਼ ਅਪਾਰਟ ਐਜ਼ ਮਚ ਇਜ਼ ਪੋਸੀਬਲ। ਜਿਵੇਂ ਕਾਰਬਨ ਡਾਈਆਕਸਾਈਡ ਮੋਲੀਕਿਊਲ ਮੈਂ ਬਣਾ ਰਹੀ ਹਾਂ, ਹੁਣ ਇਹ ਸਿੰਪਲੀ ਤੁਹਾਨੂੰ ਸਮਝਾਉਣ ਲਈ ਆਪਾਂ ਫਿਰ ਸਿਸਟਮੈਟਿਕਲੀ ਚੱਲਾਂਗੇ। ਮੰਨ ਲਓ ਵੀ ਕੋਈ ਜਿੱਦਾਂ ਮੋਲੀਕਿਊਲ ਹੈ, ਟ੍ਰਾਈਐਟੋਮਿਕ ਮੋਲੀਕਿਊਲ ਹੈ। ਸੋ ਸੈਂਟਰਲ ਐਟਮ ਕੀ ਹੈ, ਇਹਦੇ ਵਿੱਚ ਕਾਰਬਨ। ਤੁਹਾਨੂੰ ਪਤਾ ਕਾਰਬਨ ਦੀ ਬੌਂਡਿੰਗ 2 ਇਲੈਕਟ੍ਰੋਨ ਇੱਧਰ ਹੋ ਗਏ, 2 ਇੱਧਰ ਹੋ ਗਏ, 4 ਇਲੈਕਟ੍ਰੋਨ ਕਾਰਬਨ ਦੇ ਨੇ, ਬਾਕੀ ਆਕਸੀਜਨ ਦੇ ਨੇ ਇਲੈਕਟ੍ਰੋਨ। ਠੀਕ ਹੈ, 6 ਇਲੈਕਟ੍ਰੋਨ ਆਕਸੀਜਨ ਦੇ ਆਸ-ਪਾਸ ਨੇ, 5 6। ਸੋ ਇਸ ਤਰ੍ਹਾਂ ਬਣਦੀ ਨਾ ਕਾਰਬਨ ਡਾਈਆਕਸਾਈਡ। ਸੋ ਇਹ ਮੈਕਸੀਮਮ ਦੂਰੀ 'ਤੇ ਕਿਹੜੀ ਪੋਜੀਸ਼ਨ 'ਚ ਰਹਿ ਸਕਣਗੇ? ਜੇ ਮੈਂ ਇਸ ਤਰ੍ਹਾਂ ਬਣਾਵਾਂ ਤਾਂ ਮੈਕਸੀਮਮ ਦੂਰੀ 'ਤੇ ਤਾਂ ਨਹੀਂ ਰਹਿ ਗਏ। ਸਮਝ ਲਓ ਆ ਕਾਰਬਨ ਹੈ, ਇੱਥੇ 2 ਆਕਸੀਜਨ ਹੋ ਗਏ, ਤਾਂ ਇੱਥੇ ਤਾਂ 90 ਡਿਗਰੀ ਦਾ ਐਂਗਲ ਹੋ ਗਿਆ, ਤਾਂ ਇੱਥੇ ਤਾਂ ਰਿਪਲਸ਼ਨ ਹੋਊਗੀ ਜ਼ਿਆਦਾ। ਇਸ ਕਰਕੇ ਇਹ ਦਿਸ ਇਜ਼ ਨਾਟ ਦਾ ਰਾਈਟ ਸਟਰਕਚਰ ਫॉर ਇਟ। ਸੋ ਰਾਈਟ ਸਟਰਕਚਰ ਕੀ ਹੈ? ਜਿੱਥੇ ਮੈਕਸੀਮਮ ਦੂਰੀ 'ਤੇ ਹੋਣ। ਸੋ ਆਹ ਵਾਲਾ ਸਟਰਕਚਰ ਹੈ। ਸੋ ਇੱਥੇ ਐਂਗਲ ਕਿੰਨੇ ਦਾ ਹੋ ਜਾਂਦਾ? 180 ਡਿਗਰੀ ਦਾ। ਠੀਕ। ਸੋ ਜੇ 2 ਹੋਣ ਇਲੈਕਟ੍ਰੋਨ ਪੇਅਰਸ 2 ਹੋਣ ਤਾਂ ਉਹ ਮੈਕਸੀਮਮ ਦੂਰੀ 'ਤੇ ਕਿੰਨੇ 'ਤੇ ਹੋਣਗੇ? 180 ਦੀ ਡਿਗਰੀ 'ਤੇ ਹੋਣਗੇ ਔਰ ਸਟਰਕਚਰ ਵਿਲ ਬੀ ਲੀਨੀਅਰ। ਕੀ ਸਟਰਕਚਰ ਹੋਊਗਾ ਉਹਦਾ? ਲੀਨੀਅਰ ਸਟਰਕਚਰ ਹੋਊਗਾ, ਰਾਈਟ। ਸੋ ਆਪਾਂ ਹੁਣ ਕੁਛ ਹੋਰ ਐਗਜ਼ਾਮਪਲਸ ਲੈਂਦੇ ਹਾਂ, ਜਿੱਦਾਂ ਆਪਾਂ ਬੈਰੀਲੀਅਮ ਦਾ ਕੋਈ ਕੰਪਾਊਂਡ ਲੈ ਲੈਂਦੇ ਹਾਂ। ਜਸਟ ਅ ਮਿਨਟ, ਯੈਸ, ਰਾਈਟ। ਸੋ BeH2 ਲੈ ਲੈਂਦੇ ਆਪਾਂ। ਹੁਣ BeH2 ਦਾ ਜੇ ਸਾਨੂੰ ਕੋਈ ਪੁੱਛੇ ਸਟਰਕਚਰ ਕਿਸ ਤਰ੍ਹਾਂ ਦਾ ਹੋਏਗਾ, ਸੋ ਬੈਰੀਲੀਅਮ ਹੈ, ਐਟੋਮਿਕ ਨੰਬਰ ਕਿੰਨਾ ਹੁੰਦਾ ਇਹਦਾ? 4। ਕਨਫੀਗਰੇਸ਼ਨ ਕੀ ਹੋ ਗਿਆ? 2 2। ਸੋ ਵੇਲੈਂਸ ਇਲੈਕਟ੍ਰੋਨਸ ਕਿੰਨੇ ਹੋ ਗਏ? 2 ਹੋ ਗਏ। ਆਹ ਬੈਰੀਲੀਅਮ ਦੇ 2 ਵੇਲੈਂਸ ਇਲੈਕਟ੍ਰੋਨ ਨੇ। ਹੁਣ ਨਾਲ ਹੀ ਕੀ ਆ ਗਈ? ਹਾਈਡਰੋਜਨ ਆ ਗਈ। ਸੋ ਹਾਈਡਰੋਜਨ ਕੋਲ ਜਿਹੜਾ ਇਲੈਕਟ੍ਰੋਨ ਹੈ ਉਹ ਮੈਂ ਕ੍ਰਾਸ ਦੇ ਨਾਲ ਦਿਖਾ ਦਿੰਦੀ ਹਾਂ। ਆਹ ਹਾਈਡਰੋਜਨ ਆ ਗਈ, ਰਾਈਟ। ਸੋ ਹੁਣ ਦੇਖੋ ਤੁਸੀਂ, ਆਹ ਹਾਈਡਰੋਜਨ ਨੇ ਆਪਣੇ 2 ਇਲੈਕਟ੍ਰੋਨ ਗਿਣ ਲਏ, ਆਹ ਇੱਧਰ ਵੀ ਹਾਈਡਰੋਜਨ ਦੇ 2 ਪੂਰੇ ਹੋ ਗਏ। ਸੋ ਇੱਧਰ ਸਿੰਗਲ ਬੌਂਡ ਬਣ ਗਿਆ, ਇੱਧਰ ਸਿੰਗਲ ਬੌਂਡ ਬਣ ਗਿਆ, ਰਾਈਟ। ਤਾਂ ਇੱਥੇ ਬੈਰੀਲੀਅਮ ਦੀ ਆਕਟੇਟ ਪੂਰੀ ਨਹੀਂ ਹੁੰਦੀ, ਇਹ ਐਕਸੈਪਸ਼ਨਲ ਕੇਸ ਹੈ। ਬਟ ਤੁਸੀਂ ਦੇਖੋਗੇ ਸੋ ਬੈਰੀਲੀਅਮ ਦੇ ਆਸ-ਪਾਸ ਟੋਟਲ ਇਲੈਕਟ੍ਰੋਨ ਪੇਅਰਸ ਕਿੰਨੇ ਨੇ? 2 ਨੇ। ਸੋ 2 ਇਲੈਕਟ੍ਰੋਨ ਪੇਅਰਸ ਇੱਕ ਦੂਸਰੇ ਤੋਂ ਮੈਕਸੀਮਮ ਦੂਰੀ 'ਤੇ ਕਿਸ ਤਰ੍ਹਾਂ ਹੋ ਸਕਦੇ ਨੇ? ਲੀਨੀਅਰ ਪੋਜੀਸ਼ਨ 'ਚ, ਇਸ ਤਰ੍ਹਾਂ ਸਿੱਧਾ। ਤਾਂ ਐਂਗਲ ਉਹਨਾਂ ਦੇ ਵਿੱਚ ਕਿੰਨਾ ਹੋ ਜਾਊਗਾ? 180 ਡਿਗਰੀ ਦਾ ਹੋ ਜਾਊਗਾ। ਸੋ ਇਹਦੀ ਜਿਓਮੈਟਰੀ ਕੀ ਹੋਏਗੀ? ਲੀਨੀਅਰ, ਰਾਈਟ। ਸੋ BeH2 ਮੋਲੀਕਿਊਲ ਦੀ ਜਿਓਮੈਟਰੀ ਕੀ ਹੋਏਗੀ? ਲੀਨੀਅਰ ਹੋਏਗੀ। ਸੋ ਜੇ ਅਸੀਂ ਡਰਾ ਕਰਨਾ ਹੋਵੇ ਤਾਂ ਆਈ ਵਿਲ ਡਰਾ ਇਟ ਲਾਈਕ ਦਿਸ, BE ਸਿੰਗਲ ਬੌਂਡ H ਸਿੰਗਲ ਬੌਂਡ H। ਸੋ ਜੇ 2 ਲੋਨ ਪੇਅਰਸ ਨੇ, 2 ਇਲੈਕਟ੍ਰੋਨ ਪੇਅਰਸ ਨੇ, ਚਾਹੇ ਉਹ ਬੌਂਡਡ ਨੇ ਚਾਹੇ ਲੋਨ ਪੇਅਰਸ ਨੇ, ਠੀਕ ਹੈ, ਤਾਂ ਮੈਕਸੀਮਮ ਦੂਰੀ 'ਤੇ ਉਹ ਕਿੰਨੇ ਦੀ ਰਹਿਣਗੇ? 180 ਡਿਗਰੀ 'ਤੇ ਰਹਿਣਗੇ ਔਰ ਸ਼ੇਪ ਕੀ ਹੋਊਗੀ? ਲੀਨੀਅਰ। ਆਈ ਹੋਪ ਇਟ ਇਜ਼ ਕਲੀਅਰ ਟੂ ਆਲ ਆਫ ਯੂ। ਨੈਕਸਟ ਚੱਲਦੇ ਹਾਂ, ਟ੍ਰਾਈਐਟੋਮਿਕ ਮੋਲੀਕਿਊਲ ਲੈ ਲੈਂਦੇ ਹਾਂ ਅਸੀਂ। ਟ੍ਰਾਈਐਟੋਮਿਕ ਮੋਲੀਕਿਊਲ ਦੇ ਵਿੱਚ ਅਸੀਂ ਬੋਰੋਨ ਦਾ ਕੁਛ ਕੰਪਾਊਂਡ ਲੈ ਲੈਂਦੇ ਹਾਂ, BH3 ਲੈ ਲੈਂਦੇ ਹਾਂ। ਸੈਂਟਰਲ ਐਟਮ ਬੇਟਾ ਇਹਦੇ ਵਿੱਚ ਕੀ ਹੈ? ਬੋਰੋਨ। ਸੋ ਬੋਰੋਨ ਦੇ ਤੁਹਾਨੂੰ ਪਤਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ? 5। ਸੋ ਇਲੈਕਟ੍ਰੋਨਿਕ ਕਨਫੀਗਰੇਸ਼ਨ 5 ਦਾ ਕੀ ਬਣ ਜਾਊਗਾ? ਪਹਿਲੀ ਸ਼ੈਲ 'ਚ 2, ਅਗਲੀ ਸ਼ੈਲ 'ਚ 3। ਸੋ 3 ਜਿਹੜੇ ਨੇ ਇਹਦੇ ਵੇਲੈਂਸ ਸ਼ੈਲ ਦੇ ਇਲੈਕਟ੍ਰੋਨਸ ਨੇ, ਸਿਰਫ ਇਹੀ ਬੌਂਡਿੰਗ ਦੇ ਵਿੱਚ ਹਿੱਸਾ ਲੈਣਗੇ। ਸੋ ਮੈਂ ਲੂਇਸ ਸਿੰਬਲਸ ਦੇ ਹਿਸਾਬ ਨਾਲ ਦਿਖਾਊਂਗੀ, ਤਾਂ ਮੈਂ ਬੋਰੋਨ ਦੇ ਕਿੱਦਾਂ ਦਿਖਾਊਂਗੀ? 3 ਇਲੈਕਟ੍ਰੋਨ ਦਿਖਾਊਂਗੀ ਬੋਰੋਨ ਦੇ ਆਸ-ਪਾਸ, ਰਾਈਟ। ਹੁਣ ਇਹਦੇ ਨਾਲ ਜੇ ਹਾਈਡਰੋਜਨ ਹੈ ਤਾਂ ਆਪਾਂ ਹਾਈਡਰੋਜਨ ਵਾਸਤੇ ਕੋਈ ਹੋਰ ਕਲਰ ਲੈ ਲੈਂਦੇ ਹਾਂ, ਰਾਈਟ। ਇਹ ਹਾਈਡਰੋਜਨ ਹੈ ਜੀ, ਮੈਂ ਰੈੱਡ ਕ੍ਰਾਸ ਦੇ ਨਾਲ ਦਿਖਾਤਾ। ਆਹ ਹਾਈਡਰੋਜਨ ਆ ਗਿਆ, ਇੱਕ ਆਹ ਹਾਈਡਰੋਜਨ ਆ ਗਿਆ ਆਪਣਾ ਇਲੈਕਟ੍ਰੋਨ ਲੈ ਕੇ, ਇੱਕ ਆਹ ਹਾਈਡਰੋਜਨ ਆ ਗਿਆ ਆਪਣਾ ਇਲੈਕਟ੍ਰੋਨ ਲੈ ਕੇ। ਸੋ ਹਾਈਡਰੋਜਨਸ ਦੇ ਤਿੰਨਾਂ ਦੇ, ਇਹਦੇ ਵੀ 2 ਪੂਰੇ ਹੋ ਗਏ, ਇਹਦੇ ਵੀ 2 2। ਨੀਅਰੈਸਟ ਨੋਬਲ ਗੈਸ ਦਾ ਕਨਫੀਗਰੇਸ਼ਨ ਪੂਰਾ ਹੋ ਗਿਆ। ਅੱਛਾ, ਬੋਰੋਨ ਦੇ ਕਿੰਨੇ ਇਲੈਕਟ੍ਰੋਨ ਪੂਰੇ ਹੋਏ? ਖੁਦ 3 ਉਹਦੇ ਸੀਗੇ, 3 ਉਹਨੇ ਹਾਈਡਰੋਜਨਸ ਦੇ ਲੈ ਲਏ। ਸੋ ਬੋਰੋਨ ਇੱਥੇ ਇਲੈਕਟ੍ਰੋਨ ਡੈਫੀਸ਼ੀਐਂਟ ਹੈ, ਇਹਦੇ ਆਸ-ਪਾਸ ਕਿੰਨੇ ਇਲੈਕਟ੍ਰੋਨ ਰਹਿੰਦੇ ਨੇ? 6 ਹੀ ਹੁੰਦੇ ਨੇ। ਸੋ ਇਹ ਵੀ ਐਕਸੈਪਸ਼ਨਲ ਕੇਸ ਹੈ, ਆਕਟੇਟ ਰੂਲ ਨੂੰ ਡਿਸਓਬੇ ਕਰਦਾ ਇਹ। ਉਹ ਡਿਫਰੈਂਟ ਕਨਸੈਪਟ ਹੈ, ਪਰ ਆਪਾਂ ਸਟਰਕਚਰਸ ਦੀ ਗੱਲ ਕਰ ਰਹੇ ਹਾਂ, ਵੇਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ ਦੇ ਹਿਸਾਬ ਦੇ ਨਾਲ। ਹੁਣ ਬੋਰੋਨ ਦੇ ਆਸ-ਪਾਸ ਤੁਸੀਂ ਦੇਖ ਲਿਆ 3 ਬੌਂਡ ਪੇਅਰ ਨੇ, 1
2 3 ਓਨਲੀ 3 ਪੇਅਰਸ ਆਫ ਇਲੈਕਟ੍ਰੋਨਸ ਆਰ ਦੇਅਰ। ਸੋ 3 ਬੌਂਡ ਪੇਅਰ ਨੇ, ਤਾਂ ਉਹ ਆਪਣੇ ਆਪ ਨੂੰ ਸਪੇਸ ਦੇ ਵਿੱਚ ਕਿਸ ਤਰ੍ਹਾਂ ਰੱਖਣਗੇ ਵੀ ਮੈਕਸੀਮਮ ਦੂਰੀ 'ਤੇ ਰਹਿਣ। ਸੋ ਉਹ ਇਹੀ ਹੋਵੇਗਾ ਵੀ ਇਸ ਤਰ੍ਹਾਂ ਰਹਿਣਗੇ। 120 ਡਿਗਰੀ ਦਾ ਐਂਗਲ ਹੋਏਗਾ ਸਾਰਿਆਂ ਦੇ ਵਿਚਕਾਰ। ਕਿੰਨੇ ਦਾ ਹੋਏਗਾ? 120। ਸੋ ਆਲ ਦਾ ਐਂਗਲਸ ਹੇਅਰ ਵਿਲ ਬੀ ਆਫ 120 ਡਿਗਰੀ। ਸੋ ਇੱਥੇ ਵੀ ਹਾਈਡਰੋਜਨ ਹੈ, ਇੱਥੇ ਵੀ ਹਾਈਡਰੋਜਨ ਹੈ, ਇੱਥੇ ਵੀ ਹਾਈਡਰੋਜਨ ਹੈ। ਸੋ ਇਹ ਸ਼ੇਪ ਕੀ ਬਣ ਜਾਂਦੀ ਬੇਟਾ? ਟਰਾਈਗੋਨਲ ਪਲੇਨਰ, TRIGONAL, ਟਰਾਈਗੋਨਲ ਪਲੇਨਰ, PLANAR, ਟਰਾਈਗੋਨਲ ਪਲੇਨਰ ਸ਼ੇਪ ਬਣੂਗੀ BH3 ਦੀ। ਆਈ ਹੋਪ ਇਟ ਇਜ਼ ਕਲੀਅਰ ਟੂ ਆਲ ਆਫ ਯੂ। ਜਦੋਂ 3 ਹੋਣ ਇਲੈਕਟ੍ਰੋਨ ਪੇਅਰਸ ਤਾਂ ਉਹ 120 ਡਿਗਰੀ 'ਤੇ ਹੋਣਗੇ। ਸਾਰੇ ਐਂਗਲ ਕਿੰਨੇ ਦੇ ਹੋਣਗੇ? 120। ਆ ਵੀ ਕਿੰਨੇ ਦਾ ਹੋਏਗਾ? 120, ਰਾਈਟ। ਮੂਵਿੰਗ ਔਨ, ਜੇ ਹੁਣ ਹੋਣ 4 ਇਲੈਕਟ੍ਰੋਨ ਪੇਅਰਸ, ਜਿੱਦਾਂ ਕਿ ਆਪਾਂ ਲੈ ਲੈਂਦੇ ਹਾਂ ਮਿਥੇਨ ਦੇ ਵਿੱਚ। ਸਭ ਨੂੰ ਪਤਾ ਹੈ ਮਿਥੇਨ ਦੇ ਵਿੱਚ ਸੈਂਟਰਲ ਐਟਮ ਦੇ ਆਸ-ਪਾਸ, ਹਾਂਜੀ, ਲੈਟਸ ਡਰॉ ਮਿਥੇਨ CH4। ਹੁਣ ਕਾਰਬਨ ਹੈ ਸੈਂਟਰ ਦੇ ਵਿੱਚ। ਕਾਰਬਨ ਦੇ ਆਸ-ਪਾਸ ਕਿੰਨੇ ਵੈਲੈਂਸ ਇਲੈਕਟ੍ਰੋਨ ਨੇ? 4। ਔਰ ਇਹਦੇ ਨਾਲ ਆ ਗਏ ਜੀ ਹਾਈਡਰੋਜਨ। ਸੋ ਆ ਹਾਈਡਰੋਜਨ ਦਾ ਇਲੈਕਟ੍ਰੋਨ ਮੈਂ ਕ੍ਰੋਸ ਨਾਲ ਦਿਖਾ ਦਿੰਦੀ ਹੈ। ਆਹ ਆ ਗਏ ਜੀ 4 ਐਟਮ ਹਾਈਡਰੋਜਨ ਦੇ। ਸੋ ਆਪਣੀ ਆਕਟੇਟ ਕਾਰਬਨ ਦੀ ਪੂਰੀ ਹੋ ਗਈ ਹੈ, ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ ਕਾਰਬਨ ਦੇ ਆਪਣੇ ਕਿੰਨੇ ਇਲੈਕਟ੍ਰੋਨ ਸੀਗੇ? 4 ਉਹਨੇ ਹਾਈਡਰੋਜਨਸ ਦੇ ਲੈ ਲਏ। ਇਹਦਾ ਮਤਲਬ ਕਾਰਬਨ ਦੇ ਆਸ-ਪਾਸ 4 ਬੌਂਡਸ ਬਣ ਗਏ। ਸੋ 4 ਇਲੈਕਟ੍ਰੋਨ ਪੇਅਰਸ ਨੇ। ਕਿੰਨੇ ਇਲੈਕਟ੍ਰੋਨ ਪੇਅਰਸ ਨੇ? 1 2 3 4 ਜੋੜੇ। ਇਲੈਕਟ੍ਰੋਨ ਦੇ ਪੇਅਰ ਕਿੰਨੇ ਨੇ ਇਹਦੇ ਆਸ-ਪਾਸ? 4 ਨੇ। ਜਦੋਂ 4 ਇਲੈਕਟ੍ਰੋਨ ਪੇਅਰਸ ਹੋਣ ਤਾਂ ਉਹ ਮੈਕਸੀਮਮ ਦੂਰੀ 'ਤੇ ਕਿਵੇਂ ਰਹਿ ਸਕਦੇ ਨੇ? ਉਹ ਸ਼ੇਪ ਕਿਹੜੀ ਹੁੰਦੀ ਹੈ? ਦੈਟ ਇਜ਼ ਟੈਟਰਾਹੀਡਰਲ ਸ਼ੇਪ। ਮੈਂ ਹੁਣ ਇਹਨੂੰ ਨੈਕਸਟ ਡਰॉ ਕਰਕੇ ਦਿਖਾਉਣੀ ਹੈ। ਉਹ ਤੁਸੀਂ 90 ਦੇ ਐਂਗਲ ਨਹੀਂ ਬਣਾਉਣੇ ਹੈਗੇ, ਟੈਟਰਾਹੀਡਰਨ ਬਣਾਉਣਾ ਹੈ। ਅਤੇ ਲੈਟਸ ਟੇਕ ਅ ਬੈਟਰ ਕਲਰ। ਯੈਸ। ਸੋ ਆਹ ਕਾਰਬਨ ਸੈਂਟਰ ਦੇ ਵਿੱਚ ਹੈ। ਆਹ ਹੁੰਦੀ ਹੈ ਬੇਟਾ ਟੈਟਰਾਹੀਡਰਲ ਸ਼ੇਪ, ਠੀਕ। ਚਾਰੋਂ ਹਾਈਡਰੋਜਨਸ ਆਪਾਂ ਟੈਟਰਾਹੀਡਰਲ ਪੋਜੀਸ਼ਨਸ 'ਤੇ ਬਣਾ ਕੇ ਦਿਖਾਉਣੇ ਨੇ। ਅਤੇ ਇਹਦਾ ਐਂਗਲ ਜਿਹੜੇ ਨੇ ਸਾਰੇ ਐਂਗਲਸ ਬਰਾਬਰ ਹੁੰਦੇ ਨੇ 109.5 ਡਿਗਰੀ ਦੇ, ਠੀਕ ਹੈ। ਇੱਥੇ ਸਪੇਸ ਘੱਟ ਹੈ ਮੇਰੇ ਕੋਲ। 109.5 ਡਿਗਰੀ ਦੇ ਹੋਣਗੇ ਸਾਰੇ ਐਂਗਲਸ। ਸੋ ਇਹ ਹੁੰਦੀ ਹੈ ਟੈਟਰਾਹੀਡਰਲ ਪੋਜੀਸ਼ਨ। ਇਹਦੇ ਵਿੱਚ ਤੁਸੀਂ ਕਿਵੇਂ ਸਮਝਣਾ ਹੈ ਵੀ ਆਹ 2 ਬੌਂਡ ਜਿਹੜੇ ਨੇ ਪਲੇਨ ਦੇ ਵਿੱਚ ਨੇ, ਅਤੇ ਇੱਕ ਬੌਂਡ ਜਿਹੜਾ ਹੈ ਇਟ ਇਜ਼ ਮੂਵਿੰਗ ਅਵੇ ਫਰੋਮ ਯੂ। ਇਹਨੂੰ ਆਪਾਂ ਐਂ ਡਰॉ ਕਰ ਸਕਦੇ ਹਾਂ। ਅਤੇ 1 ਬੌਂਡ ਇਜ਼ ਕਮਿੰਗ ਟੂਵਰਡਸ ਯੂ। ਇਹਨੂੰ ਆਪਾਂ ਵੈਜ ਸ਼ੇਪ 'ਚ ਬਣਾਉਣਾ ਹੈ। ਇੱਥੇ ਡਰਾਇੰਗ ਫਿੰਗਰ ਦੇ ਨਾਲ ਨਹੀਂ ਹੋ ਪਾ ਰਹੀ ਪ੍ਰੋਪਰ। ਲੈਟ ਮੀ ਟਰਾਈ ਅਗੇਨ। ਕਿੱਦਾਂ ਬਣਾਉਣਾ ਆਪਾਂ ਟੈਟਰਾਹੀਡਰਲ? ਇਸ ਤਰ੍ਹਾਂ, ਰਾਈਟ। ਹੁਣ ਜਿਹੜਾ ਆਹ ਵਾਲਾ ਬੌਂਡ ਹੈ ਇਹ ਸਾਡੇ ਤੋਂ ਦੂਰ ਜਾ ਰਿਹਾ। ਸੋ ਅਸੀਂ ਇਸ ਤਰ੍ਹਾਂ ਕਰਕੇ ਦਿਖਾਵਾਂਗੇ। ਔਰ ਜਿਹੜਾ ਆਹ ਵਾਲਾ ਇਟ ਇਜ਼ ਫੇਸਿੰਗ ਅਸ, ਕਮਿੰਗ ਟੂਵਰਡਸ ਅਸ। ਸੋ ਇਹਨੂੰ ਇਸ ਤਰ੍ਹਾਂ ਦਿਖਾਉਣਾ ਵੈਜ ਸ਼ੇਪ ਦੇ ਵਿੱਚ। ਇਹ ਵੈਜ ਸ਼ੇਪ ਦੇ ਵਿੱਚ ਦਿਖਾਉਣਾ ਹੈ। ਸੋ ਆਹ ਸਾਡੇ ਤੋਂ ਦੂਰ ਜਾ ਰਿਹਾ ਹੈ, ਆਹ ਵਾਲਾ ਸਾਡੇ ਨੇੜੇ ਆ ਰਿਹਾ ਹੈ, ਅਤੇ ਆਹ ਵਾਲੇ ਜਿਹੜੇ 2 ਬੌਂਡਸ ਨੇ ਇਹ ਪਲੇਨ ਦੇ ਵਿੱਚ ਨੇ। ਐਂਗਲ ਕਿੰਨੇ ਦਾ ਹੋ ਗਿਆ? 109.5 ਡਿਗਰੀ ਦਾ। 109.5 ਡਿਗਰੀ ਦਾ ਐਂਗਲ ਹੋ ਗਿਆ, ਠੀਕ ਹੈ ਜੀ। ਸੋ ਇਹ ਹੁੰਦੀ ਹੈ ਟੈਟਰਾਹੀਡਰਲ ਜਿਓਮੈਟਰੀ। ਟੈਟਰਾਹੀਡਰਲ HEDRAL ਟੈਟਰਾਹੀਡਰਲ ਜਿਓਮੈਟਰੀ ਹੁੰਦੀ ਹੈ ਜੇ ਇਲੈਕਟ੍ਰੋਨ ਪੇਅਰਸ ਹੋਣ 5 ਸੈਂਟਰਲ ਐਟਮ ਦੇ ਆਸ-ਪਾਸ। ਮੂਵਿੰਗ ਔਨ, ਹੁਣ ਅਸੀਂ ਲੈ ਲੈਂਦੇ ਹਾਂ 5 ਇਲੈਕਟ੍ਰੋਨ ਪੇਅਰਸ ਵਾਲਾ ਕੋਈ ਕੰਪਾਊਂਡ, ਲਾਈਕ PCl5 ਲੈ ਲੈਂਦੇ ਹਾਂ ਅਸੀਂ। ਸੋ PCl5 ਕਿਸ ਤਰ੍ਹਾਂ ਬਣਦਾ ਬੇਟਾ? ਦੇਖੋ, ਫੋਸਫੋਰਸ ਹੈ ਸੈਂਟਰਲ ਐਟਮ। ਫੋਸਫੋਰਸ ਦਾ ਐਟਮਿਕ ਨੰਬਰ ਹੁੰਦਾ 15। 15 ਦੀ ਅਸੀਂ ਕਨਫੀਗਰੇਸ਼ਨ ਲਿਖੀਏ ਤਾਂ ਕੀ ਬਣੂਗਾ? 2 8 5। ਸੋ ਵੈਲੈਂਸ ਇਲੈਕਟ੍ਰੋਨ ਕਿੰਨੇ ਆ ਗਏ? 5, ਰਾਈਟ। ਸੋ ਫੋਸਫੋਰਸ ਦੇ ਆਸ-ਪਾਸ 5 ਇਲੈਕਟ੍ਰੋਨਸ ਨੇ। ਫੋਸਫਰਸ 5 ਇਲੈਕਟ੍ਰੋਨਸ ਨੇ, 1 2 3 4 5। ਹੁਣ ਜੇ ਇਹਦੇ ਕੋਲ 5 ਕਲੋਰੀਨ ਜੁੜਨਗੇ ਤਾਂ ਉਹਦੀ ਜਿਓਮੈਟਰੀ ਕੀ ਹੋਊਗੀ? ਕੀ ਉਹ ਇਸ ਤਰ੍ਹਾਂ ਹੋ ਜੂਗੀ ਵੀ ਇਸ ਤਰ੍ਹਾਂ 5 ਲੱਗੇ? ਨਹੀਂ, ਇਸ ਤਰ੍ਹਾਂ ਦੀ ਜਿਓਮੈਟਰੀ ਨਹੀਂ ਹੈ। ਉਹ ਕਿਵੇਂ ਹੋਊਗੀ? ਮੈਂ ਤੁਹਾਨੂੰ ਡਰॉ ਕਰਕੇ ਦਿਖਾਉਣੀ ਹੈ। ਕਿਉਂਕਿ VSEPR ਥਿਊਰੀ ਕੀ ਕਹਿੰਦੀ ਹੈ? ਉਹ ਇਲੈਕਟ੍ਰੋਨ ਪੇਅਰਸ ਇੱਕ ਦੂਸਰੇ ਤੋਂ ਮੈਕਸੀਮਮ ਦੂਰੀ 'ਤੇ ਹੋਣਗੇ। ਤਾਂ ਉਹ ਕਿਹੜੀ ਪੋਸੀਬਲ ਸ਼ੇਪ ਹੁੰਦੀ ਹੈ? ਉਹ ਹੁੰਦੀ ਹੈ ਆਹ ਵਾਲੀ। ਇੱਕ ਪਲੇਨ ਦੇ ਵਿੱਚ ਅਸੀਂ ਟਰਾਇੰਗਲ ਬਣਾਤਾ, 3 ਕਲੋਰੀਨਸ ਇੱਥੇ ਲੱਗੀਆਂ। ਇਹਨੂੰ ਬੋਲਦੇ ਹਾਂ ਅਸੀਂ ਇਕੁਈਟੋਰੀਅਲ ਪੋਜੀਸ਼ਨ। ਅਤੇ ਆਹ ਜਿਹੜੀਆਂ ਨੇ ਐਕਸੀਅਲ ਪੋਜੀਸ਼ਨ 'ਤੇ 2 ਕਲੋਰੀਨ, ਇੱਕ ਉੱਪਰ ਲੱਗ ਗਿਆ ਇੱਕ ਨੀਚੇ। ਸੋ
ਇਹ ਜਿਹੜੀ ਸ਼ੇਪ ਹੈ ਇਹਨੂੰ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਕਲੀਅਰ ਦਿਖਾਉਂਦੀ ਹਾਂ। ਦੇਖੋ ਆਹ ਇੱਕ ਪਲੇਨ ਬਣ ਰਿਹਾ, ਉਹਦੇ ਵਿੱਚ ਇੱਕ ਟਰਾਇੰਗੂਲਰ ਸ਼ੇਪ ਹੈ, ਆਹ ਟਰਾਇੰਗਲ ਬਣ ਰਿਹਾ, ਠੀਕ। ਅਤੇ ਆਹ ਵਾਲਾ ਜਿਹੜਾ ਬੌਂਡ ਹੈ ਅਤੇ ਇਹ ਐਕਸਿਸ 'ਤੇ ਨੇ, ਸਿੱਧੀ ਲਾਈਨ ਵਿੱਚੋਂ ਦੀ ਜਾ ਰਹੀ ਹੈ। ਇਹਨੂੰ ਬੋਲਦੇ ਐਕਸੀਅਲ ਬੌਂਡਸ। ਐਕਸਿਸ 'ਤੇ ਨੇ ਜਿਹੜੇ ਉਹ ਕੀ ਹੁੰਦੇ ਨੇ, ਐਕਸੀਅਲ ਬੌਂਡਸ, ਠੀਕ। ਔਰ ਜਿਹੜੇ ਆਹ ਤਿੰਨ ਨੇ 1 2 3 these are called equatorial bonds, equatorial bonds। ਸੋ ਇਸ ਤਰ੍ਹਾਂ ਬੇਟਾ PCl5 ਦਾ ਜਿਹੜਾ ਸਟਰਕਚਰ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ, ਟਰਾਈਗੋਨਲ ਬਾਈ ਪਿਰਾਮਿਡਲ। ਮੈਂ ਤੁਹਾਨੂੰ ਦੁਬਾਰਾ ਕਲੀਅਰ ਪਿਕਚਰ ਬਣਾ ਕੇ ਦਿਖਾਉਣੀ ਹੈ। ਇਹ ਤਾਂ ਮੈਂ ਤੁਹਾਨੂੰ ਕੰਸਟਰਕਸ਼ਨ ਦਿਖਾਈ ਸੀ ਵੀ ਡਾਇਗਰਾਮ ਡਰਾ ਕਿੱਦਾਂ ਕਰਨਾ ਹੈ। ਹੁਣ ਤੁਸੀਂ ਦੇਖੋ ਧਿਆਨ ਨਾਲ, ਲੈਟਸ ਟੇਕ ਸਮ ਅਦਰ ਕਲਰ। ਯੈਸ, ਸੋ ਸੈਂਟਰ ਦੇ ਵਿੱਚ ਫਾਸਫੋਰਸ, ਪਹਿਲਾਂ ਅਸੀਂ ਟਰਾਇੰਗਲ ਬਣਾਤਾ, ਇਹ ਤਿੰਨ ਇਕੁਏਟੋਰੀਅਲ ਲੱਗੇ। ਆ ਐਕਸੀਅਲ ਬੌਂਡਸ, ਐਕਸੀਅਲ ਬੌਂਡਸ ਹਮੇਸ਼ਾ ਲੰਬੇ ਬਣਾਉਣੇ ਨੇ। ਇਕੁਏਟੋਰੀਅਲ ਬੌਂਡ ਤੋਂ ਐਕਸੀਅਲ ਬੌਂਡਸ ਲੰਬੇ ਹੁੰਦੇ ਨੇ ਕਿਉਂਕਿ ਇਹ ਜ਼ਿਆਦਾ ਰਿਪਲਸ਼ਨ ਫੇਸ ਕਰਦੇ ਨੇ। ਉਹ ਕਿਉਂ? ਬਿਕੋਜ਼ ਦੇ ਆਰ ਐਟ ਅ ਲੈਸਰ ਐਂਗਲ। ਇਹ ਪਲੇਨ ਤੋਂ 90 ਡਿਗਰੀ ਦੇ ਐਂਗਲ 'ਤੇ ਹੁੰਦੇ ਨੇ। ਆਹ ਵਾਲਾ ਵੀ ਪਲੇਨ ਦੇ ਨਾਲ ਇਹਦਾ ਐਂਗਲ ਕਿੰਨੇ ਦਾ ਹੈ, 90 ਡਿਗਰੀ ਦਾ। ਰਿਪਲਸ਼ਨ ਫੀਲ ਜ਼ਿਆਦਾ ਕਰਦੇ ਨੇ। ਜਿਹੜੇ ਆਹ ਵਾਲੇ ਬੌਂਡਸ ਨੇ ਇਕੁਏਟੋਰੀਅਲ, ਇਹ ਵਾਲਾ ਅਤੇ ਇਹ ਸਾਰੇ 120 ਡਿਗਰੀ 'ਤੇ ਹੁੰਦੇ ਨੇ। ਆਹ ਵੀ 120 ਹੈ, ਆਹ ਵੀ 120 ਹੈ। 120 ਡਿਗਰੀ 'ਤੇ ਹੋਣ ਕਰਕੇ ਦੇ ਫੇਸ ਲੈਸਰ ਰਿਪਲਸ਼ਨ। ਸੋ ਇਸ ਕਰਕੇ ਇਹਦੀ ਜਿਹੜੀ ਸ਼ੇਪ ਹੈ ਉਹ ਕੀ ਬਣ ਜਾਂਦੀ ਹੈ, ਟਰਾਈਗੋਨਲ ਬਾਈ ਪਿਰਾਮਿਡਲ। ਕੀ ਕਹਿਣਾ ਅਸੀਂ ਇਹਨੂੰ, ਟਰਾਈਗੋਨਲ, ਟਰਾਈਗੋਨਲ TRIGONAL ਬਾਈ ਪਿਰਾਮਿਡਲ, ਬਾਈ PYR ਪਿਰਾਮਿਡਲ, PYR ਪਿਰਾਮਿਡਲ, ਠੀਕ ਹੈ। ਸਪੈਲਿੰਗ ਆਪਾਂ ਲਿਖਾਂਗੇ ਬਾਅਦ 'ਚ, ਇੱਥੇ ਸਪੇਸ ਘੱਟ ਹੈ। ਨੈਕਸਟ 6 ਵਾਲਾ ਲੈ ਲੈਂਦੇ ਹਾਂ, ਜਿੱਦਾਂ ਕਿ SF6, ਸਲਫਰ ਹੈਕਸਾ ਫਲੋਰਾਈਡ। ਸਲਫਰ ਦਾ ਐਟੋਮਿਕ ਨੰਬਰ ਹੁੰਦਾ ਹੈ 16, ਤਾਂ ਕੌਨਫੀਗਰੇਸ਼ਨ ਕੀ ਬਣ ਜਾਏਗਾ 2 8 6। ਸੋ ਵੈਲੈਂਸ ਇਲੈਕਟ੍ਰੋਨ ਕਿੰਨੇ ਹੋ ਗਏ, ਲਾਸਟ ਸ਼ੈਲ ਵਾਲੇ 6। ਸੋ ਸਲਫਰ ਦੇ ਆਸ-ਪਾਸ ਅਸੀਂ ਦੇਖਿਆ 6 ਇਲੈਕਟ੍ਰੋਨ ਹੁੰਦੇ ਨੇ, ਤਾਂ ਇਹਦੇ ਹੁਣ 6 ਫਲੋਰੀਨ ਜੇ ਲਗਾਉਣੇ ਨੇ ਤਾਂ ਕੀ ਉਹ ਇਸ ਤਰ੍ਹਾਂ ਲੱਗਣਗੇ? ਇਸ ਤਰ੍ਹਾਂ ਨਹੀਂ ਹੋਣਗੇ ਬੇਟਾ, ਉਹਦਾ ਅਲੱਗ ਸਟਰਕਚਰ ਹੋਏਗਾ। ਉਹ ਅਸੀਂ ਸਕੁਐਰ ਦੇ ਵਿੱਚ ਇੱਕ ਪਹਿਲਾਂ ਬਣਾਉਣਾ ਹੈ। ਇੱਕ ਸੈਂਟਰ ਦੇ ਵਿੱਚ ਅਸੀਂ ਲਵਾਂਗੇ, ਲੈਟਸ ਟੇਕ ਸਮ ਅਦਰ ਕਲਰ। ਸਲਫਰ ਨੂੰ ਲੈ ਲਿਆ ਸੈਂਟਰ 'ਚ। ਪਹਿਲਾਂ ਤਾਂ ਅਸੀਂ ਇੱਕ ਸਕੁਐਰ ਪਲੇਨਰ ਬਣਾਵਾਂਗੇ, ਸਕੁਐਰ ਪਲੇਨਰ, ਠੀਕ। ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਐਕਸੀਅਲ 2 ਬੌਂਡਸ ਬਣਾਵਾਂਗੇ। ਸੋ ਇਹਨੂੰ ਬੋਲਦੇ ਅਸੀਂ ਔਕਟਾਹੀਡਰਲ ਜਿਓਮੈਟਰੀ। ਕੀ ਬੋਲਦੇ ਆ, ਔਕਟਾਹੀਡਰਲ। ਸੋ ਤੁਸੀਂ ਦੇਖ ਸਕਦੇ ਹੋ ਆਹ ਇੱਕ ਪਲੇਨ 'ਚ ਸਕੁਐਰ ਬਣਿਆ ਹੋਇਆ, ਆ ਦੇਖ ਰਹੇ ਹੋ, ਇਹ ਸਕੁਐਰ ਬਣ ਗਿਆ। ਸਕੁਐਰ ਤੇ ਉੱਪਰ ਔਰ ਨੀਚੇ ਆ ਐਕਸੀਅਲ ਬੌਂਡਸ ਨੇ। ਸੋ ਆਪਾਂ ਇਹਨਾਂ 'ਤੇ ਜੇ ਫਲੋਰੀਨ ਹੈ ਤਾਂ ਫਲੋਰੀਨ ਲਗਾ ਦਿੰਦੇ ਹਾਂ। ਆਹ ਪਲੇਨ ਦੇ ਵਿੱਚ 4 ਫਲੋਰੀਨ ਐਟਮਸ ਨੇ, ਪਲੇਨਰ ਹੋ ਗਏ, ਅਤੇ ਐਕਸਿਸ ਦੇ ਉੱਤੇ 2 ਹੋ ਗਏ। ਸੋ ਇਹਨੂੰ ਬੋਲਦੇ ਹਾਂ ਅਸੀਂ ਔਕਟਾਹੀਡਰਲ। ਕਿਸੇ ਹੋਰ ਕਲਰ ਨਾਲ ਲਿਖ ਦਿੰਦੀ ਹਾਂ ਮੈਂ। ਕੀ ਬੋਲਣਾ ਇਹਨੂੰ ਅਸੀਂ, ਔਕਟਾਹੀਡਰਲ, OCTAHEDRAL, ਔਕਟਾਹੀਡਰਲ ਜਿਓਮੈਟਰੀ। ਸੋ ਜੇ 6 ਇਲੈਕਟ੍ਰੋਨ ਪੇਅਰ ਹੋਣ ਤਾਂ ਜਿਓਮੈਟਰੀ ਕੀ ਹੁੰਦੀ ਹੈ, ਔਕਟਾਹੀਡਰਲ। ਲਾਸਟ ਚੱਲਦੇ ਹਾਂ ਅਸੀਂ, ਜੇ 7 ਇਲੈਕਟ੍ਰੋਨ ਪੇਅਰਸ ਹੋਣ, ਠੀਕ ਹੈ। ਸੋ ਜਿੱਦਾਂ IF7 ਹੋ ਗਿਆ, IF7 ਆਇਓਡੀਨ ਦੇ ਆਸ-ਪਾਸ 7 ਫਲੋਰੀਨ ਲੱਗੀਆਂ ਹੋਣਗੀਆਂ, ਤਾਂ ਕੀ ਸਟਰਕਚਰ ਹੋਊਗਾ ਉਹਦਾ। ਸੋ ਆਇਓਡੀਨ ਦਾ ਸਟਰਕਚਰ ਕਿਸ ਤਰ੍ਹਾਂ ਹੋਊਗਾ, ਆਇਓਡੀਨ ਦੇ ਆਸ-ਪਾਸ ਹੈਲੋਜਨ ਹੈ ਤਾਂ 7 ਇਲੈਕਟ੍ਰੋਨਸ ਨੇ, ਤਾਂ 5 ਪਲੇਨ ਦੇ ਵਿੱਚ ਹੋਣਗੇ, ਠੀਕ ਹੈ। 5 ਪਲੇਨ ਦੇ ਵਿੱਚ ਹੋਣਗੇ, ਪੈਂਟਾਗਨ ਬਣਾ ਲੈਣਗੇ, ਅਤੇ ਇੱਕ ਉੱਪਰ ਅਤੇ ਇੱਕ ਨੀਚੇ, ਪੈਂਟਾਗੋਨਲ ਬਾਈ ਪਿਰਾਮਿਡਲ। ਕੀ ਕਹਿਣਾ ਅਸੀਂ ਇਹਨੂੰ, ਪੈਂਟਾਗੋਨਲ। ਮੈਂ ਕਲਰ ਹੋਰ ਲੈ ਲੈਂਦੀ ਹਾਂ, ਯੈਸ। ਸੋ ਆਹ ਲੱਗ ਗਏ ਫਲੋਰੀਨ ਐਕਸਿਸ ਵਾਲੇ, ਆਹ ਪਲੇਨ ਵਾਲੇ, ਆਹ ਪੈਂਟਾਗਨ ਬਣ ਰਿਹਾ। ਦੇਖੋ 5 ਕੋਨਿਆਂ ਵਾਲਾ ਪੈਂਟਾਗਨ। ਸੋ ਇਹ ਕੀ ਬਣ ਗਿਆ ਬੇਟਾ, ਪੈਂਟਾਗੋਨਲ ਬਾਈ ਪਿਰਾਮਿਡਲ। ਸੋ ਜੇ 7 ਹੋਣ ਇਲੈਕਟ੍ਰੋਨ ਪੇਅਰਸ ਅਰਾਊਂਡ ਦਾ ਸੈਂਟਰ ਐਟਮ ਤਾਂ ਜਿਓਮੈਟਰੀ ਵਿਲ ਬੀ ਪੈਂਟਾਗੋਨਲ ਬਾਈ ਪਿਰਾਮਿਡਲ।
ਸੋ ਬੇਟਾ ਇਹ ਸੀਗਾ ਰਿਗਾਰਡਿੰਗ VSEPR ਥਿਊਰੀ। ਹਲੇ ਮੈਂ ਸਿਰਫ ਬੌਂਡ ਪੇਅਰ ਵਾਲੇ ਹੀ ਲਏ ਨੇ। ਨੈਕਸਟ ਵੀਡੀਓ ਦੇ ਵਿੱਚ ਮੈਂ ਬਣਾਉਂਗੀ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਲੋਨ ਪੇਅਰਸ ਵੀ ਹੁੰਦੇ ਨੇ। ਸੋ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਫॉर ਵਾਚਿੰਗ।